हाँ जी बच्चे, गुड मॉर्निंग। क्लास 6 ਅੱਜ ਜੋ ਅਸੀਂ ਕਨਸੈਪਟ ਕਰਨ ਜਾ ਰਹੇ ਹਾਂ ਉਹ ਹੈ ਬਾਰ ਗ੍ਰਾਫ। ਕੋਈ ਟੇਬਲ ਸਾਨੂੰ ਜੋ ਡੇਟਾ ਹੁੰਦਾ, ਕੋਈ ਡੇਟਾ ਦਿੱਤਾ ਹੁੰਦਾ ਐਜ਼ ਅ ਟੇਬਲ ਫਾਰਮ ਦੇ ਵਿੱਚ। ਦੇਖੋ ਇਹ ਟੇਬਲ ਫਾਰਮ ਦਿੱਤੀ ਹੋਈ ਹੈ ਔਰ ਇਹਨੂੰ ਅਸੀਂ ਬਾਰ ਗ੍ਰਾਫ ਦੇ ਵਿੱਚ ਬਣਾਉਣਾ ਹੈ। ਤਾਂ ਕਿਸ ਤਰੀਕੇ ਨਾਲ ਬਣਾਉਣਾ ਹੈ ਦੇਖੋ। ਇਹ ਸਪੈਸ਼ਲ ਲੈਕਚਰ ਮੈਂ ਬਣਾ ਰਿਹਾ ਉਹਨਾਂ ਬੱਚਿਆਂ ਵਾਸਤੇ ਜਿਨ੍ਹਾਂ ਨੇ ਔਨਲਾਈਨ ਕਲਾਸ ਨਹੀਂ ਲਗਾਈ ਸੀ ਔਰ ਮੈਂ ਉਹਦੇ ਵਿੱਚ ਟੌਪਿਕ ਕਰਵਾਇਆ ਸੀ। ਸੋ ਤੁਹਾਡੇ ਵਾਸਤੇ ਮੈਂ ਫਿਰ ਤੋਂ ਇਹਨੂੰ ਟੌਪਿਕ ਨੂੰ ਰਿਪੀਟ ਕਰ ਰਿਹਾ। ਤਾਂ ਬੱਚੇ ਸਾਰੇ ਧਿਆਨ ਦੇ ਨਾਲ ਇਹ ਟੌਪਿਕ ਨੂੰ ਕਰਨਾ। ਬਹੁਤ ਹੀ ਇੰਪੋਰਟੈਂਟ ਟੌਪਿਕ ਹੈ, ਇਸ ਵਾਰ ਤੁਹਾਡੇ PT4 ਦੇ ਵਿੱਚ ਵੀ ਇਹ ਇਨਕਲੂਡਡ ਹੈ। ਸੋ ਦੇਖੋ ਦਾ ਹਾਈਟ ਆਫ 5 ਸਿਟੀਜ਼ ਦਾ ਨੇਮ ਦਿੱਤਾ A B C D ਐਂਡ E ਅਬਵ ਸੀ ਲੈਵਲ। ਇਹ ਉਹ ਸਿਟੀਜ਼ ਨੇ ਜਿਹੜੀਆਂ ਅਬਵ ਸੀ ਲੈਵਲ 'ਤੇ ਆਉਂਦੀਆਂ ਨੇ। ਆਰ ਐਜ਼ ਫੋਲੋ: ਸਿਟੀ A 300, B 550, C 600, D 400, E 500। ਸੋ ਇਹਨਾਂ ਦੀ ਹਾਈਟਸ ਦਿੱਤੀਆਂ ਹੋਈਆਂ ਨੇ ਔਰ ਇਹ ਸਿਟੀਜ਼ ਦੇ ਨੇਮ ਦਿੱਤੇ ਹੋਏ ਨੇ ABCD। ਤਾਂ ਇਹਨੂੰ ਕਿਸ ਤਰੀਕੇ ਨਾਲ ਆਪਾਂ ਰਿਪਰੈਜ਼ੈਂਟ ਕਰਨਾ ਹੈ ਡੇਟਾ। ਇਹ ਡੇਟਾ ਆਪਾਂ ਕਿਸ ਤਰੀਕੇ ਨਾਲ ਰਿਪਰੈਜ਼ੈਂਟ ਕਰਨਾ ਬਾਰ ਗ੍ਰਾਫ ਦੇ ਨਾਲ। ਸੋ ਬਾਰ ਗ੍ਰਾਫ ਹੁੰਦਾ ਕੀ ਹੈ ਬੱਚੇ, ਦੇਖੋ ਜਿਹਦੇ ਵਿੱਚ ਅਸੀਂ ਬਾਰਸ ਦੇ ਨਾਲ ਡੇਟਾ ਨੂੰ ਰਿਪਰੈਜ਼ੈਂਟ ਕਰਦੇ ਹਾਂ। ਆ ਛੋਟੀ ਛੋਟੀ ਤੁਸੀਂ ਰੈੱਡ ਕਲਰ ਦੀਆਂ ਜਿਹੜੀਆਂ ਦੇਖ ਰਹੇ ਹੋ ਇਹ ਦੀਜ਼ ਆਰ ਦਾ ਪਿੰਕ ਕਲਰ ਦੀਆਂ ਨਾ। ਸੋ ਇਹ ਜਿਹੜੀਆਂ ਹੈਗੀਆਂ ਨੇ ਇਹ ਬਾਰਸ ਨੇ। ਸੋ ਇਹਦੇ ਵਿੱਚ ਅਸੀਂ ਦੋ ਬਾਰ ਗ੍ਰਾਫ ਵਾਸਤੇ ਸਾਨੂੰ ਦੋ ਐਕਸਿਸ ਚਾਹੀਦੀ ਹੁੰਦੀਆਂ ਨੇ, ਦੋ ਲਾਈਨਸ ਵਰਟੀਕਲ, ਇੱਕ ਲਾਈਨ ਵਰਟੀਕਲ ਔਰ ਇੱਕ ਲਾਈਨ ਆਪਾਂ ਹੋਰੀਜੋਨਟਲ ਡਰੋ ਕਰਦੇ ਹਾਂ। ਦੋਨਾਂ ਦੇ ਵਿੱਚ ਆਪਸ ਦੇ ਵਿੱਚ 90 ਡਿਗਰੀ ਦਾ ਐਂਗਲ ਹੁੰਦਾ। ਤੋ ਅਸੀਂ ਜਿਹੜੀ ਹੋਰੀਜੋਨਟਲ ਲਾਈਨ ਆ ਉਹਦੇ ਵਿੱਚ ਅਸੀਂ ਸਿਟੀਜ਼ ਲੈ ਲਾਂਗੇ A B C D E। ਤੁਸੀਂ ਆਪਣੇ ਸਕੇਲ ਦੇ ਨਾਲ, ਰੂਲਰ ਦੇ ਨਾਲ ਇਹਨੂੰ 2 ਸੈਂਟੀਮੀਟਰ ਦਾ ਜਾਂ 1 ਸੈਂਟੀਮੀਟਰ ਦਾ ਸੇਮ ਡਿਸਟੈਂਸ ਰੱਖਣਾ। ਚਾਹੇ 1 ਸੈਂਟੀਮੀਟਰ ਦਾ ਰੱਖ ਲਓ, ਚਾਹੇ 2 ਸੈਂਟੀਮੀਟਰ ਦਾ ਰੱਖ ਲਓ। ਇੱਧਰ ਵੀ ਔਰ ਇੱਧਰ ਵੀ ਸੇਮ ਰੱਖਣਾ, ਠੀਕ ਹੈ। ਸੋ ਇੱਥੇ ਜਿਹੜਾ ਮੈਂ ਗ੍ਰਾਫ ਦਾ ਜੋ ਡਿਸਟੈਂਸ ਲਿਆ ਇੱਧਰੋਂ ਹਾਈਟ ਲਈ ਹੈ ਉਹ 100 ਯੂਨਿਟ ਲਈ ਹੈ, ਠੀਕ ਹੈ। 100 + 100 200, 200 + 100 300, 400 500। ਸੋ ਗੈਪ ਜਿਹੜਾ ਹੈਗਾ ਵਿੱਚ 100 ਦਾ ਹੈਗਾ, ਕਿਉਂਕਿ ਗ੍ਰਾਫ ਮੇਰੇ ਕੋਲ 100 ਫਾਰਮ ਦੇ ਵਿੱਚ ਹੈਗਾ, ਰਾਈਟ। ਸੋ ਆਪਣੀ ਕਨਵੀਨੀਅੰਟ ਦੇ ਅਕੋਰਡਿੰਗ ਤੁਸੀਂ ਇੱਧਰ ਯੂਨਿਟ ਲੈ ਸਕਦੇ ਹੋ, ਪਰ ਹਮੇਸ਼ਾ ਉਹਨਾਂ ਦੀ ਲੈਂਥ ਜਿਹੜੀ ਆ ਈਕੁਅਲ ਰੱਖਣੀ ਹੈ, ਠੀਕ ਹੈ। ਸੋ ਇਹ ਗੱਲ ਦਾ ਧਿਆਨ ਰੱਖਣਾ। ਹੁਣ ਦੇਖੋ ਸਿਟੀ A B C D E। ਹੁਣ ਦੇਖੋ A 'ਤੇ ਜਿਹੜਾ ਗ੍ਰਾਫ ਹੈਗਾ ਉਹ 300 ਤੱਕ ਜਾਏਗਾ। ਕਿਉਂ? ਕਿਉਂਕਿ ਇੱਥੇ A ਦੀ ਵੈਲਿਊ ਕਿੰਨੀ ਹੈ 300, B ਸਿਟੀ ਦੀ ਵੈਲਿਊ ਕਿੰਨੀ ਹੈ, B ਸਿਟੀ ਦੀ ਹਾਈਟ ਕਿੰਨੀ ਹੈ 550। ਤੋਂ B ਦਾ ਜਿਹੜਾ ਗ੍ਰਾਫ ਤੁਸੀਂ ਬਣਾਓਗੇ ਉਹ 550 ਤੱਕ ਲੈ ਕੇ ਜਾਓਗੇ, ਰਾਈਟ। ਸੋ ਇਸੇ ਤਰ੍ਹਾਂ C ਦਾ 600 ਫੁੱਲ ਹਾਈਟ ਜਾਏਗਾ, ਉਸ ਤੋਂ ਬਾਅਦ 400 500। ਸੋ ਇਹ ਵੀ ਯਾਦ ਰੱਖਣਾ ਇੱਥੇ ਕਿ ਅਸੀਂ ਇੱਥੇ ਮਿਨੀਮਮ ਵੈਲਿਊ ਕੀ ਲੈਣੀ ਹੈ 100 ਲਈ ਹੈ ਔਰ ਮੈਕਸਿਮਮ ਇੱਥੇ 600 ਲਈ ਹੈ। ਤੋ ਡਿਪੈਂਡ ਕਰਦਾ ਕਿ ਸਾਡੀ ਸਾਰਾ ਜਿਹੜੇ ਗ੍ਰਾਫ ਬਾਰਸ ਨੇ ਉਹ ਇਹਨਾਂ ਦੇ ਅੰਦਰ ਆ ਜਾਣ। ਤੋ ਇਸ ਤਰੀਕੇ ਦੇ ਨਾਲ ਇਹ ਕੁਐਸਚਨ ਨੂੰ ਕਰਨਾ ਤੁਸੀਂ। ਸਿਮਿਲਰਲੀ ਬੱਚੇ ਕੁਐਸਚਨ ਹੈ, ਹੁਣ ਨੈਕਸਟ ਕੁਐਸਚਨ ਹੈ ਇੱਕ ਬੱਚੇ ਦੇ 6 ਟੈਸਟ ਹੋਏ ਨੇ। ਇਹ ਡੇਟਾ ਕੀ ਦੱਸ ਰਿਹਾ, ਇੱਕ ਸਟੂਡੈਂਟ ਹੈ ਉਹਦੇ ਇੱਕ ਸਾਲ ਦੇ ਵਿੱਚ ਲਿਖਿਆ ਹੈ ਸਰਟਨ ਈਅਰ ਦੇ ਵਿੱਚ 6 ਟੈਸਟ ਹੋਏ ਨੇ, ਠੀਕ ਹੈ। ਮੰਨ ਲਓ ਮੈਥਸ ਦੇ 6 ਟੈਸਟ ਹੋਏ ਨੇ। ਪਹਿਲੇ ਟੈਸਟ 'ਚ ਉਹਨੇ 50 ਨੰਬਰ ਲਏ ਆ, ਫਿਰ ਸੈਕਿੰਡ ਟੈਸਟ ਉਹਨੇ 6 ਲਏ ਆ, ਇਸੇ ਤਰ੍ਹਾਂ 6 ਟੈਸਟ ਦੇ ਵਿੱਚ ਉਹਨੇ 85 ਲਏ ਨੇ। ਸੋ ਦਿਸ ਇਜ਼ ਦ ਗ੍ਰਾਫ। ਇਹਨੂੰ ਜਦੋਂ ਆਪਾਂ ਨੂੰ ਗ੍ਰਾਫ ਦੇ ਵਿੱਚ ਬਾਰ ਗ੍ਰਾਫ ਦੇ ਵਿੱਚ ਰਿਪਰੈਜ਼ੈਂਟ ਕਰਾਂਗੇ ਤਾਂ ਗ੍ਰਾਫ ਜਿਹੜੇ ਬਾਰਸ ਹੋਣਗੀਆਂ ਵਿਲ ਟੈਲ ਯੂ ਸਟੂਡੈਂਟ ਪ੍ਰੋਗਰੈਸ, ਕਿ ਸਟੂਡੈਂਟ ਦੀ ਪਰਫੋਰਮੈਂਸ ਕਿਸ ਤਰੀਕੇ ਨਾਲ ਰਹੀ। ਤਾਂ ਉਹਨੇ ਦੇਖੋ ਹੋਰੀਜੋਨਟਲ ਜਿਹੜੀ ਐਕਸਿਸ ਹੈ ਉੱਤੇ ਉਹਨੇ ਟੈਸਟ ਲਏ ਨੇ, ਟੈਸਟ 1 ਟੈਸਟ 2 ਟੈਸਟ 3 ਇਸ ਤਰੀਕੇ ਨਾਲ। ਔਰ ਦੂਸਰੀ ਜਿਹੜੀ ਵਰਟੀਕਲ ਐਕਸਿਸ ਹੈ ਉੱਤੇ ਉਹਨੇ ਮਾਰਕਸ ਲਏ ਹੋਏ ਨੇ, ਰਾਈਟ। ਤਾਂ ਇੱਥੇ ਦੇਖਦੇ ਹਾਂ ਮਿਨੀਮਮ ਮਾਰਕਸ ਸਾਡੇ ਕੋਲ 50 ਔਰ ਮੈਕਸਿਮਮ 85 ਹੈ। ਸੋ ਅਸੀਂ ਵੈਲਿਊ ਲੈ ਲਈ 0 ਤੋਂ ਲੈ ਕੇ 100 ਤੱਕ, ਰਾਈਟ। ਸੋ ਉਸ ਤਰੀਕੇ ਦੇ ਨਾਲ ਅਸੀਂ ਟੈਸਟ 1 'ਚੋਂ ਕਿੰਨੇ ਮਾਰਕਸ ਆਏ, ਗ੍ਰਾਫ ਉੱਥੇ ਤੱਕ ਜਾਏਗਾ। ਟੈਸਟ 6 ਦੇ ਵਿੱਚੋਂ 85 ਆਏ ਤਾਂ ਗ੍ਰਾਫ ਸਾਡੇ ਕੋਲ 85 ਤੱਕ ਜਾਏਗਾ, ਠੀਕ ਹੈ। ਹੁਣ ਦੇਖੋ 85 'ਤੇ ਨੰਬਰ ਲਿਖਿਆ ਨਹੀਂ ਹੋਇਆ ਇੱਥੇ। ਸੋ 85 ਕਿੱਥੇ ਆਏਗਾ, 80 ਔਰ 100 ਦੇ ਵਿਚਕਾਰ ਕਿਤੇ ਆਏਗਾ। ਸੋ ਉਹ ਥੋੜ੍ਹਾ ਜਿਹਾ ਐਸਟੀਮੇਟ ਦੇ ਨਾਲ ਅਸੀਂ ਬਾਰ ਨੂੰ ਬਣਾ ਦਿੰਦੇ ਹਾਂ, ਰਾਈਟ। ਹੁਣ ਜਿਵੇਂ ਇੱਥੇ 75 ਹੈ, ਇੱਥੇ 5 ਦੇਖਦੇ ਹੋ 75 ਹੈ, ਪਰ ਇੱਥੇ 75 ਕਿਤੇ ਵੀ ਨਹੀਂ ਹੈਗਾ। ਤਾਂ 75 ਆਏਗਾ ਕਿੱਥੇ, ਉਹ ਆਏਗਾ 60 ਔਰ 80 ਦੇ ਵਿੱਚ ਕਿਤੇ ਨਾ ਕਿਤੇ ਆਏਗਾ, ਹੈ ਨਾ 75। ਤੋਂ ਅੰਦਾਜ਼ੇ ਦੇ ਨਾਲ ਥੋੜ੍ਹਾ ਜਿਹਾ ਗ੍ਰਾਫ ਨੂੰ ਐਸਟੀਮੇਟ ਲੈ ਲੈਂਦੇ ਆ ਕਿ ਕਿੱਥੇ ਕੁ ਆਏਗਾ, ਰਾਈਟ। ਸੋਰੀ ਹਾਂ, ਠੀਕ ਹੈ। ਸੋ ਇਸ ਤਰੀਕੇ ਦੇ ਨਾਲ ਤੁਸੀਂ ਇਹ ਡੇਟਾ ਨੂੰ ਰਿਪਰੈਜ਼ੈਂਟ ਕੀਤਾ ਬਾਰ ਗ੍ਰਾਫ ਦੇ ਨਾਲ। ਉਸ ਤੋਂ ਬਾਅਦ ਸਾਡੇ ਕੋਲ ਆ ਜਾਂਦਾ ਇੰਟਰਪ੍ਰੇਟਿੰਗ ਬਾਰ ਗ੍ਰਾਫ। ਕਈ ਵਾਰੀ ਸਾਨੂੰ ਕੀ ਹੋਏਗਾ, ਸਾਨੂੰ ਬਾਰ ਗ੍ਰਾਫ ਦਿੱਤਾ ਹੋਏਗਾ, ਠੀਕ ਹੈ। ਫਿਰ ਉੱਤੋਂ ਅਸੀਂ ਕੁਛ ਕੁਐਸਚਨਸ ਦਿੱਤੇ ਹੋਣਗੇ, ਉਹ ਬਾਰ ਗ੍ਰਾਫ ਨੂੰ ਅਸੀਂ ਸਟੱਡੀ ਕਰਕੇ, ਉਸ ਬਾਰ ਗ੍ਰਾਫ ਨੂੰ ਅਸੀਂ ਸਟੱਡੀ ਕਰਕੇ ਉਹਦੇ ਰਿਲੇਟਡ ਜਿਹੜੇ ਕੁਐਸਚਨਸ ਹੋਣਗੇ ਉਹਨਾਂ ਨੂੰ ਅਸੀਂ ਆਨਸਰ ਕਰਾਂਗੇ। ਹੁਣ ਜਿਵੇਂ ਦੇਖੋ ਇੱਥੇ ਆਲਰੇਡੀ ਸਾਨੂੰ ਬਾਰ ਗ੍ਰਾਫ ਬਣਾਉਣਾ ਨਹੀਂ ਪਿਆ, ਇੱਥੇ ਗ੍ਰਾਫ ਦਿੱਤਾ ਹੋਇਆ।
ਇਹਦੇ ਬੇਸ 'ਤੇ ਸਾਨੂੰ ਕੋਈ ਕੁਐਸਚਨ ਪੁੱਛੇ ਜਾਣਗੇ, ਉਹ ਕੁਐਸਚਨ ਦੇ ਅਸੀਂ ਆਨਸਰ ਕਰਨੇ ਆ। ਹੁਣ ਦੇਖੋ ਧਿਆਨ ਨਾਲ ਦੇਖੋ, ਬਾਰ ਗ੍ਰਾਫ ਦੇ ਵਿੱਚ ਜਿਹੜੀ ਹੋਰੀਜ਼ੋਨਟਲ ਲਾਈਨ ਆ ਉੱਥੇ ਡੇਜ਼ ਨੇ, ਇਟ ਮੀਨਸ ਸਰਟਨ ਡੇ ਹੋ ਸਕਦੇ ਨੇ, ਕੋਈ ਵੀ ਦਿਨ ਹੋ ਸਕਦਾ। ਠੀਕ ਆ, ਅਸੀਂ ਸਟਾਰਟ ਕਰਦੇ ਹਾਂ ਸੰਡੇ ਤੋਂ। ਸੰਡੇ, ਮੰਡੇ, ਟਿਊਜ਼ਡੇ, ਵੈਨਸਡੇ, ਥਰਸਡੇ, ਫਰਾਈਡੇ, ਸੈਟਰਡੇ। ਸੋ 7 ਬਾਰਸ ਆਈਆਂ ਨੇ। ਅਤੇ ਇੱਥੇ ਜਿਹੜੀ ਵਰਟੀਕਲ ਲਾਈਨ ਆ ਉੱਥੇ ਕਿਹੜਾ ਡੇਟਾ ਆ ਰਿਹਾ, ਉੱਥੇ ਆ ਰਿਹਾ ਕੁਆਂਟਿਟੀ ਆਫ ਮਿਲਕ ਸੋਲਡ। ਤੋ ਹਰ ਦਿਨ ਜਿੰਨਾ ਵੀ ਦੁੱਧ ਵਿਕਿਆ ਉਹਨੂੰ ਆਪਾਂ ਵਰਟੀਕਲ ਐਕਸਿਸ ਦੇ ਉੱਤੇ ਰੱਖਿਆ। 20 ਲੀਟਰ, 40 ਲੀਟਰ, 50 ਲੀਟਰ, 60 ਲੀਟਰ, 80 ਲੀਟਰ, ਤਾਂ 20 ਦਾ ਗੈਪ ਪਾ ਕੇ ਉਹਨਾਂ ਨੇ ਉਹ ਲਿਖਿਆ ਹੈ। ਤੋ ਨੀਚੇ ਦੇਖ ਰਿਹਾ ਕਹਿੰਦਾ ਕੁਐਸਚਨਸ ਦੇ ਆਨਸਰ ਕਰਨੇ ਆ ਤੁਸੀਂ। ਫਾਈਂਡ ਦਾ ਕੁਆਂਟਿਟੀ ਆਫ ਮਿਲਕ ਸੋਲਡ ਆਊਟ ਔਨ ਸੰਡੇ। ਤੋ ਅਸੀਂ ਫਸਟ ਆਪਾਂ ਸੰਡੇ ਤੋਂ ਸ਼ੁਰੂ ਕੀਤਾ ਸੀ, ਤੋ ਸੰਡੇ ਅਸੀਂ ਦੇਖਦੇ ਹਾਂ। ਠੀਕ ਹੈ, ਇੱਥੇ ਸੰਡੇ 'ਤੇ ਦੇਖਦੇ ਹਾਂ ਕਿ ਸੰਡੇ ਦਾ ਗ੍ਰਾਫ ਕਿੱਥੋਂ ਤੱਕ ਜਾ ਰਿਹਾ, ਬਾਹਰ ਜਾ ਰਹੀ ਹੈ 100 ਤੱਕ। ਸੋ ਇਟ ਮੀਨਸ 100 ਲੀਟਰ ਅਤੇ ਜਿਹੜਾ ਅਸੀਂ ਦੁੱਧ ਵਿਕਿਆ ਐਤਵਾਰ, ਅਤੇ ਫਿਰ ਅੱਗੇ ਸੋਮਵਾਰ ਕਿੰਨਾ ਵਿਕਿਆ 80। ਠੀਕ ਹੈ, ਇਸ ਤਰੀਕੇ ਨਾਲ ਤੁਸੀਂ ਦੇਖਣਾ ਗ੍ਰਾਫ ਦੀ ਹਾਈਟ ਕਿੱਥੇ ਕਿੱਥੇ ਆ ਰਹੀ ਹੈ ਉਹ ਚੀਜ਼ ਨੂੰ। ਹੁਣ ਉਹਨੇ ਸੰਡੇ ਦਾ ਪੁੱਛਿਆ ਸੀ ਸਾਨੂੰ, ਸੰਡੇ ਦੇ ਵਿੱਚ ਕਿੰਨਾ ਆਇਆ ਸਾਡੇ ਕੋਲ 100 ਲੀਟਰ। ਸੋ ਦਾ ਮਨੀ ਕਲੈਕਸ਼ਨ ਫਰੋਮ ਦਾ ਸੇਲ ਆਫ ਮਿਲਕ ਔਨ ਵੈਡਨਸਡੇ, ਅਤੇ ਇਫ ਦਾ ਮਿਲਕ ਇਜ਼ ਸੋਲਡ ਐਟ ₹12 ਪਰ ਲੀਟਰ। ਤੋ ਵੈਡਨਸਡੇ ਨੂੰ ਰੇਟ ਕੀ ਸੀ ਦੁੱਧ ਦਾ, 12 ਰੁਪਏ ਸੀ ਪਰ ਲੀਟਰ ਦਾ। ਠੀਕ ਹੈ, ਤੋ ਕਿੰਨਾ ਦੁੱਧ ਵਿਕਿਆ ਉਹਨੂੰ ਆਪਾਂ 12 ਨਾਲ ਮਲਟੀਪਲਾਈ ਕਰ ਦਾਂਗੇ ਅਤੇ ਸਾਡੇ ਕੋਲ ਆਏਗੀ ਕਲੈਕਸ਼ਨ, ਕਿ ਟੋਟਲ ਕਿੰਨੇ ਪੈਸੇ ਸਾਡੇ ਕੋਲ ਕਲੈਕਟ ਹੋਣਗੇ। ਤੋ ਵੈਡਨਸਡੇ ਚਲੋ, ਸੰਡੇ, ਮੰਡੇ, ਟਿਊਜ਼ਡੇ, ਵੈਡਨਸਡੇ ਚੈੱਕ ਕਰੋ। ਤੋ ਇੱਥੇ ਆ ਰਿਹਾ ਰਾਈਟ 60 ਔਰ 80 ਦੇ ਵਿੱਚ ਆ ਰਿਹਾ। 60 ਔਰ 80 ਦੇ ਵਿੱਚ ਕੀ ਹੋਏਗਾ, 70 ਹੋਏਗਾ। ਠੀਕ ਹੈ, ਇਟ ਮੀਨਸ 70 ਲੀਟਰ ਸਾਡੇ ਕੋਲ ਦੁੱਧ ਵਿਕਿਆ, ਔਰ ਦੁੱਧ ਦਾ ਰੇਟ ਕਿੰਨਾ 12 ਰੁਪਏ। 70 ਨੂੰ 12 ਨਾਲ ਮਲਟੀਪਲਾਈ ਕਰ ਦਿਓ, 840 ਰੁਪਏ ਸਾਡੇ ਕੋਲ ਕਲੈਕਸ਼ਨ ਹੋ ਜਾਏਗੀ। ਰਾਈਟ, ਸਿਮਿਲਰਲੀ ਦਾ ਟੋਟਲ ਕੁਆਂਟਿਟੀ ਆਫ ਮਿਲਕ ਸੋਲਡ ਆਊਟ ਡਿਊਰਿੰਗ ਦਾ ਹੋਲ ਵੀਕ। ਤੋਂ ਅਸੀਂ ਦੱਸਣਾ ਕਿ ਟੋਟਲ ਕੁਆਂਟਿਟੀ ਕਿੰਨੀ ਵਿਕੇਗੀ ਪੂਰੇ ਹਫਤੇ ਦੇ ਵਿੱਚ। ਤਾਂ ਉਹਦੇ ਵਾਸਤੇ ਅਸੀਂ ਸਾਰੇ ਦੇਖੋ, ਪਹਿਲੇ ਦਿਨ ਸਾਡੇ ਕੋਲ 100, ਫਿਰ ਸਾਡੇ ਕੋਲ 80, ਫਿਰ ਸਾਡੇ ਕੋਲ 90 ਸੌਰੀ, ਫਿਰ ਉਸ ਤੋਂ ਬਾਅਦ 70, ਫਿਰ ਉਸ ਤੋਂ ਬਾਅਦ 80, ਫਿਰ ਉਸ ਤੋਂ ਬਾਅਦ 70, ਫਿਰ ਉਸ ਤੋਂ ਬਾਅਦ 90। ਸੋ ਇਹ ਸਾਰੇ ਜਿਹੜੇ ਦੁੱਧ ਦੀ ਦੇਖਿਆ ਕਿ ਕਿਹੜੀ ਬਾਰ ਦੀ ਹਾਈਟ ਆ, ਸਾਰੀ ਬਾਰ ਦੀ ਹਾਈਟਸ ਨੂੰ ਅਸੀਂ ਪਲੱਸ ਕਰ ਦੇਣਾ। ਜਦੋਂ ਤੁਸੀਂ ਸਾਰੀ ਬਾਰਸ ਦੀ ਹਾਈਟਸ ਨੂੰ ਪਲੱਸ ਕਰ ਦਿਓਗੇ, ਤੁਹਾਡੇ ਕੋਲ ਆਏਗਾ 580 ਲੀਟਰਸ ਮਿਲਕ ਜਿਹੜਾ ਉਹ ਤੁਹਾਡੇ ਕੋਲ ਸੋਲਡ ਹੋਇਆ ਪੂਰੇ ਵੀਕ ਦੇ ਵਿੱਚ। ਰਾਈਟ, ਨੈਕਸਟ ਬੱਚੇ ਗ੍ਰਾਫ ਤੁਸੀਂ ਦੇਖ ਰਹੇ ਹੋ, ਇੱਥੇ ਇਹ ਗ੍ਰਾਫ ਕੀ ਕਹਿ ਰਿਹਾ ਕਿ ਟ੍ਰੈਫਿਕ ਦਿੱਤੀ ਗਈ ਹੈ। ਦੇਖੋ ਆਰਸ ਨੇ ਮੋਰਨਿੰਗ 6 ਤੋਂ 7 ਵਜੇ ਤੱਕ, ਫਿਰ 7 ਤੋਂ 8 ਵਜੇ ਤੱਕ ਮੋਰਨਿੰਗ, ਫਿਰ 8 ਤੋਂ 9 ਆਰਸ ਦਿੱਤੇ ਨੇ। ਠੀਕ ਹੈ, 8 ਵਜੇ ਤੋਂ ਲੈ ਕੇ 9 ਵਜੇ ਤੱਕ, 9 ਵਜੇ ਤੋਂ ਲੈ ਕੇ 10 ਵਜੇ ਤੱਕ, 10 ਵਜੇ ਤੋਂ ਲੈ ਕੇ 11 ਵਜੇ ਤੱਕ। ਸੋ ਇਹ ਸੀ, ਸੋ ਇੱਕ ਕਰੋਸਿੰਗ ਹੈ। ਠੀਕ ਹੈ, ਉੱਥੇ ਅਸੀਂ ਦੇਖਿਆ ਕਿ 6 ਤੋਂ 7 ਵਜੇ ਤੱਕ ਕਿੰਨੇ ਵਹੀਕਲ ਪਾਸ ਹੋਏ, 100 ਪਾਸ ਹੋਏ। 7 to 8 7 ਵਜੇ ਤੋਂ ਲੈ ਕੇ 8 ਵਜੇ ਤੱਕ ਕਿੰਨੇ ਵਹੀਕਲ ਪਾਸ ਹੋਏ, 600। ਫਿਰ 8 ਵਜੇ ਤੋਂ ਲੈ ਕੇ 9 ਵਜੇ ਤੱਕ ਕਿੰਨੇ ਵਹੀਕਲ ਪਾਸ ਹੋਏ, 500। ਸੋ ਨੰਬਰ ਆਫ ਵਹੀਕਲਸ ਔਨ ਦਾ ਵਰਟੀਕਲ ਐਕਸਿਸ ਐਂਡ ਆਰਸ ਔਨ ਦਾ ਹੌਰੀਜ਼ੋਨਟਲ ਐਕਸਿਸ। ਤੋ ਇਸ ਤਰੀਕੇ ਨੂੰ ਅਸੀਂ ਕੁਐਸਚਨ ਨੂੰ ਅਸੀਂ ਕਿਸ ਤਰੀਕੇ ਨਾਲ ਕਰਨਾ, ਦੇਖੋ ਫਾਈਂਡ ਫਰੋਮ ਦਾ ਬਾਰ ਗ੍ਰਾਫ ਦਾ ਟਾਈਮ ਇੰਟਰਵਲ ਫॉर ਦਾ ਮੈਕਸਿਮਮ ਟ੍ਰੈਫਿਕ, ਜਿਹਦੀ ਹਾਈਟ ਸਭ ਤੋਂ ਜ਼ਿਆਦਾ ਉਹਦੀ ਮੈਕਸਿਮਮ ਟ੍ਰੈਫਿਕ ਉਸ ਸਮੇਂ ਹੋਏਗੀ। ਕਿਉਂਕਿ 7 ਵਜੇ ਤੋਂ ਲੈ ਕੇ 8 ਵਜੇ ਤੱਕ ਸਭ ਤੋਂ ਜ਼ਿਆਦਾ ਹਾਈਟ ਜਾ ਰਹੀ ਗ੍ਰਾਫ ਦੀ, ਉੱਥੋਂ 600 ਵਹੀਕਲ ਨਿਕਲੇ। ਤੁਸੀਂ ਕਹਾਂਗੇ ਜਿਹੜਾ ਇਹਦਾ ਆਨਸਰ ਆਏਗਾ ਉਹ ਆਏਗਾ 7 to 8, ਕਿਉਂਕਿ 7 to 8 ਜਿਹੜਾ ਸਭ ਤੋਂ ਜ਼ਿਆਦਾ ਹਾਈਟ ਆ ਰਹੀ ਹੈ ਔਰ ਸਭ ਤੋਂ ਜ਼ਿਆਦਾ ਟ੍ਰੈਫਿਕ ਇਸ ਸਮੇਂ ਦੇ ਵਿੱਚ ਹੀ ਰਹੀ ਹੈ। ਉਸ ਤੋਂ ਬਾਅਦ ਟਾਈਮ ਇੰਟਰਵਲ ਫॉर ਮਿਨੀਮਮ ਟ੍ਰੈਫਿਕ, ਤੋਂ ਸਭ ਤੋਂ ਜ਼ਿਆਦਾ ਗ੍ਰਾਫ ਕਿੱਥੇ ਘੱਟ ਹੈ, ਬਾਰ ਗ੍ਰਾਫ ਸਭ ਤੋਂ ਸਾਈਡ ਛੋਟਾ ਕਿੱਥੇ, ਇੱਥੇ। ਤੋਂ ਇੱਥੇ ਸਿਰਫ 100 ਵਹੀਕਲ ਹੀ ਪਾਸ ਹੋਏ